ਹੈਲੋ ਸਟੂਡੈਂਟਸ, ਇਹ ਜਿਹੜਾ ਅੱਜ ਦਾ ਕਲਾਸ ਹੈ ਜਾਂ ਲੈਕਚਰ ਕਹਿ ਸਕਦੇ ਹੋ ਤੁਸੀਂ, ਇਹ 9th 10th ਕਲਾਸ ਲਈ ਹੈ ਔਰ ਲੈਟਰ ਰਾਈਟਿੰਗ 'ਤੇ ਹੈ। ਤੁਸੀਂ ਸਾਰਿਆਂ ਨੇ ਅਪ੍ਰੈਲ ਮਈ ਦੇ ਸਿਲੇਬਸ ਦੇ ਵਿੱਚ ਲੈਟਰਸ ਲਿਖੀਆਂ ਨੇ ਆਪਣੀਆਂ ਨੋਟਬੁੱਕਸ 'ਤੇ, ਗ੍ਰਾਮਰ ਨੋਟਬੁੱਕਸ 'ਤੇ, ਜਿਹੜੀਆਂ ਤੁਹਾਨੂੰ ਫਾਰਵਰਡ ਕੀਤੀਆਂ ਨੇ, ਠੀਕ ਹੈ। ਅਤੇ ਪਰ ਜਿਹੜਾ ਮੇਰਾ ਅੱਜ ਦਾ ਮੰਤਵ ਹੈ ਕਿ ਤੁਹਾਨੂੰ ਇਹ ਦੱਸਣਾ ਕਿ ਲੈਟਰ ਕਿੰਨੇ ਟਾਈਪ ਦੀਆਂ ਹੁੰਦੀਆਂ ਨੇ ਅਤੇ ਕੀ ਰੂਲਸ ਨੇ ਉਹਨਾਂ ਲੈਟਰਸ ਦੇ। ਜਿਵੇਂ ਕਿ ਲੈਟਰ ਜਿਹੜੀਆਂ ਨੇ ਦੋ ਟਾਈਪ ਦੀਆਂ ਹੁੰਦੀਆਂ ਨੇ, ਫਾਰਮਲ ਅਤੇ ਇਨਫਾਰਮਲ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ, ਇਨਫਾਰਮਲ ਲੈਟਰਸ ਔਰ ਫਾਰਮਲ ਲੈਟਰਸ। ਇਨਫਾਰਮਲ ਬੱਚੇ ਉਹ ਚੀਜ਼ ਹੁੰਦੀ ਹੈ ਜਿਹੜੀ ਕਿ ਪਰਸਨਲ ਹੁੰਦੀ ਹੈ, ਜਿਹਨੂੰ ਆਪਾਂ ਕੁਝ ਵੀ ਕਰ ਸਕਦੇ ਹਾਂ, ਕੁਝ ਵੀ ਕਿਸੇ ਵੀ ਤਰੀਕੇ ਨਾਲ ਬੁਲਾ ਸਕਦੇ ਹਾਂ, ਕਿਸੇ ਵੀ ਤਰੀਕੇ ਨਾਲ, ਮਤਲਬ ਜਿੱਥੇ ਆਪਾਂ ਨੂੰ ਕੁਛ ਰੂਲਸ ਉਵੇਂ ਫੋਲੋ ਕਰਨ ਦੀ ਲੋੜ ਨਹੀਂ ਹੁੰਦੀ, ਸਟ੍ਰਿਕਟ ਨਹੀਂ ਹੁੰਦੀ, ਠੀਕ ਹੈ। ਉਹਨੂੰ ਆਪਾਂ ਕਹਿੰਦੇ ਨੇ ਇਨਫਾਰਮਲ ਲੈਟਰਸ। ਜਿਵੇਂ ਕਿ ਤੁਸੀਂ ਇਹਦੇ ਫੀਚਰਸ ਪੜ੍ਹ ਸਕਦੇ ਹੋ ਇਹਦੇ ਵਿੱਚ, ਦੀਜ਼ ਆਰ ਆਲਸੋ ਕਾਲਡ ਪਰਸਨਲ ਲੈਟਰਸ। ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪਰਸਨਲ ਲੈਟਰਸ। ਦੀਜ਼ ਆਰ ਆਲਸੋ ਕਾਲਡ ਪਰਸਨਲ ਲੈਟਰਸ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪਰਸਨਲ ਲੈਟਰਸ ਵੀ ਕਿਹਾ ਜਾਂਦਾ ਹੈ। ਦੀਜ਼ ਲੈਟਰਸ ਆਰ ਸਿੰਪਲ ਨੇ ਐਂਡ ਇਨ ਪਰਸਨਲ ਟੋਨ। ਜਿਹੜੀ ਟੋਨ ਹੈ ਲਿਖਣ ਦੀ ਉਹ ਵੀ ਪਰਸਨਲ ਹੈ, ਸਿੰਪਲ ਹੈ। ਪਰਸਨਲ ਲੈਟਰਸ ਦੇ ਵਿੱਚ ਟੋਨ ਕੀ ਹੁੰਦੀ ਹੈ? ਜਿਵੇਂ ਤੁਸੀਂ ਕਿਸੇ ਨੂੰ ਲੈਟਰ ਲਿਖਦੇ ਹੋ, ਠੀਕ ਹੈ, ਉਹਨੂੰ ਪੁੱਛਦੇ ਹੋ ਹੈਲੋ, ਹਾਊ ਆਰ ਯੂ, ਤੁਸੀਂ ਕਿਵੇਂ ਹੋ। ਮਤਲਬ ਤੁਹਾਨੂੰ ਇੰਨਾ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਇਹਨਾਂ ਕਿੱਦਾਂ ਗੱਲ ਕਰਨੀ ਹੈ, ਕਿਵੇਂ ਗੱਲ ਸ਼ੁਰੂ ਕਰਨੀ ਹੈ। ਯੂ ਡੋਂਟ ਹੈਵ ਟੂ ਥਿੰਕ ਸੋ ਮੱਚ ਵਾਈਲ ਯੂ ਆਰ ਰਾਈਟਿੰਗ ਇਨਫਾਰਮਲ ਲੈਟਰਸ। ਅ ਲੈਟਰ ਟੂ ਬ੍ਰਦਰ, ਜਦੋਂ ਤੁਸੀਂ ਲੈਟਰ ਲਿਖਦੇ ਹੋ ਬ੍ਰਦਰ ਨੂੰ, ਫਾਦਰ ਨੂੰ, ਆਂਟ ਨੂੰ, ਅੰਕਲ ਨੂੰ, ਕਜ਼ਨ ਨੂੰ, ਐਨੀ ਰਿਲੇਟਿਵ ਜਾਂ ਕਿਸੇ ਕਜ਼ਨ, ਆਪਣੇ ਸਿਬਲਿੰਗ ਨੂੰ। ਦੇਖੋ ਹੁਣ ਕਜ਼ਨ ਅਤੇ ਸਿਬਲਿੰਗ, ਦੀਜ਼ ਆਰ ਦਾ ਵਰਡ। ਕਜ਼ਨ ਕੌਣ ਹੁੰਦੇ ਨੇ? ਕਜ਼ਨ ਉਹ ਹੁੰਦੇ ਨੇ ਜਿਹੜੇ ਸਾਡੇ ਚਾਚੇ, ਤਾਏ, ਮਾਮੇ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਆਪਾਂ ਕਜ਼ਨਸ ਕਹਿੰਦੇ ਹਾਂ। ਔਰ ਸਿਬਲਿੰਗਸ ਉਹ ਹੁੰਦੇ ਨੇ ਜਿਹੜੇ ਸਾਡੇ ਰੀਅਲ ਬ੍ਰਦਰ ਸਿਸਟਰ ਨੇ, ਠੀਕ ਹੈ, ਸਕੇ ਭੈਣ ਭਰਾ, ਉਹਨਾਂ ਨੂੰ ਆਪਾਂ ਸਿਬਲਿੰਗ ਕਹਿੰਦੇ ਹਾਂ। ਐਂਡ ਪੇਰੈਂਟਸ ਆਰ ਐਗਜ਼ਾਮਪਲਸ ਆਫ ਇਨਫਾਰਮਲ ਲੈਟਰ। ਜਿਹੜੀਆਂ ਆਪਾਂ ਇਹਨਾਂ ਨੂੰ ਚਿੱਠੀਆਂ ਲਿਖਦੇ ਹਾਂ, ਇਹਨਾਂ ਨੂੰ ਲੈਟਰਸ ਲਿਖਦੇ ਹਾਂ, ਉਹਨਾਂ ਨੂੰ ਆਪਾਂ ਕਿਹੜੀਆਂ ਲੈਟਰਸ ਕਹਿੰਦੇ ਹਾਂ? ਇਨਫਾਰਮਲ ਲੈਟਰਸ। ਕਿਹੜੀਆਂ ਲੈਟਰਸ ਕਹਿੰਦੇ ਹਾਂ? ਇਨਫਾਰਮਲ ਲੈਟਰਸ। ਸੇਮ ਵੇ ਫਾਰਮਲ ਲੈਟਰਸ। ਫਾਰਮਲ ਲੈਟਰਸ ਦੇ ਵਿੱਚ ਕੀ ਹੁੰਦਾ ਹੈ? ਥੋੜ੍ਹਾ ਸਟ੍ਰਿਕਟ ਹੋ ਜਾਂਦਾ ਹੈ, ਥੋੜ੍ਹਾ ਇਹਦੇ ਵਿੱਚ ਰੂਲਸ ਰਿਜਿਡ ਹੋ ਜਾਂਦੇ ਨੇ। ਦੀਜ਼ ਆਰ ਆਲਸੋ ਕਾਲਡ ਬਿਜ਼ਨਸ ਲੈਟਰਸ। ਇਹਨਾਂ ਨੂੰ ਬਿਜ਼ਨਸ ਲੈਟਰਸ ਕਹਿੰਦੇ ਨੇ। ਔਰ ਡਿਫਰੈਂਸ ਵੀ ਨਾਲ ਦੀ ਨਾਲ ਦੇਖੀ ਜਾਓ, ਇਨਫਾਰਮਲ ਲੈਟਰਸ ਨੂੰ ਪਰਸਨਲ ਲੈਟਰ ਕਹਿੰਦੇ ਨੇ। ਬਿਜ਼ਨਸ ਲੈਟਰਸ ਦੇ ਵਿੱਚ ਤੁਸੀਂ ਵੇਖੋ, ਜਿੱਦਾਂ ਤੁਸੀਂ ਕਿਸੇ ਦੀ ਕੰਪਲੇਂਟ ਕਰਨੀ ਹੈ, ਤੁਸੀਂ ਕੋਈ ਬੁੱਕਸ ਮੰਗਵਾਈਆਂ ਨੇ ਜਾਂ ਬੁੱਕਸ ਮੰਗਵਾਉਣੀਆਂ ਨੇ, ਤੁਸੀਂ ਉਦੋਂ ਲੈਟਰ ਲਿਖਦੇ ਹੋ। ਮਤਲਬ ਤੁਸੀਂ ਅਗਲੇ ਪਰਸਨ, ਜਾਂ ਤਾਂ ਕਈ ਵਾਰ ਤੁਹਾਨੂੰ ਨੋਨ ਹੁੰਦਾ ਹੈ, ਹੋ ਸਕਦਾ ਜ਼ਿਆਦਾਤਰ ਤੁਹਾਨੂੰ ਨੋਨ ਨਹੀਂ ਹੁੰਦਾ ਪਰਸਨ, ਠੀਕ ਹੈ। ਲੈਟਰ ਟੂ ਐਡੀਟਰ ਲਿਖਣੀ ਹੈ, ਨਿਊਜ਼ਪੇਪਰ ਦੇ, ਮੈਗਜ਼ੀਨ ਦੇ, ਕਿ ਜਿੱਦਾਂ ਮੇਰੀ ਜਿਹੜੀ ਵਿਗਿਆਪਨ ਹੈ ਆਹ ਛਾਪ ਦਿੱਤੀ ਜਾਵੇ, ਜਾਂ ਇੱਥੇ ਸਾਡੇ ਦੇਰ ਇਜ਼ ਏ ਪਲੇਗਰਾਊਂਡ ਜਿਹੜੀ ਅੱਜ ਕੱਲ੍ਹ ਨਹੀਂ ਹੈ, ਹੈ ਨਾ। ਤੁਸੀਂ ਇੱਦਾਂ ਦੀਆਂ ਲੈਟਰਸ ਲਿਖਦੇ ਹੋ, ਜਾਂ ਆਪਣੇ ਪ੍ਰਿੰਸੀਪਲ ਨੂੰ ਲਿਖਦੇ ਹੋ ਫॉर ਫੀ ਕੰਸੈਸ਼ਨ। ਦੀਜ਼ ਲੈਟਰਸ ਆਰ ਕਾਲਡ ਫਾਰਮਲ ਲੈਟਰਸ। ਦੀਜ਼ ਲੈਟਰਸ ਆਰ ਟੂ ਦ ਪੁਆਇੰਟ। ਇਹ ਲੈਟਰਸ ਜਿਹੜੀਆਂ ਹੈ, ਇਹ ਲੈਟਰਸ ਨੇ ਟੂ ਦ ਪੁਆਇੰਟ ਹੁੰਦੀਆਂ ਨੇ। ਇਹਦੇ ਵਿੱਚ ਤੁਸੀਂ ਘੁਮਾ ਫਿਰਾ ਕੇ ਗੱਲਾਂ ਨਹੀਂ ਕਰਨੀਆਂ ਹੁੰਦੀਆਂ, ਲੰਬੀਆਂ ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਯੂ ਹੈਵ ਟੂ ਬੀ ਵੈਰੀ ਪ੍ਰੀਸਾਈਜ਼ ਐਂਡ ਬਰੀਫ ਕੰਸਾਈਜ਼। ਰਿਟਨ ਇਨ ਫਾਰਮਲ ਟੋਨ ਸ਼ੁੱਡ ਬੀ ਫਾਰਮਲ ਟੂ ਰਾਈਟ ਫਾਰਮਲ ਲੈਟਰਸ। ਜਦੋਂ ਤੁਸੀਂ ਫਾਰਮਲ ਲੈਟਰਸ ਲਿਖਣੀਆਂ ਨੇ, ਜਿਹੜੀ ਤੁਹਾਡੀ ਰਾਈਟਿੰਗ ਸਟਾਈਲ ਹੈ, ਇਟ ਸ਼ੁੱਡ ਬੀ ਫਾਰਮਲ ਹੋਣਾ ਚਾਹੀਦਾ ਹੈ, ਠੀਕ ਹੈ। ਔਰ ਇਹਨੂੰ ਆਪਾਂ ਹੋਰ ਡੀਪ 'ਚ ਕਰਦੇ ਹਾਂ। ਇਨਫਾਰਮਲ ਲੈਟਰਸ ਦੇ ਵਿੱਚ ਬੱਚੇ ਕੀ ਹੁੰਦਾ ਹੈ, ਜਿਵੇਂ ਤੁਹਾਨੂੰ ਮੈਂ ਸਾਰਾ ਫਾਰਮੈਟ ਦੱਸਦੀ ਹਾਂ ਕਿ ਹਾਊ ਟੂ ਰਾਈਟ ਇਨਫਾਰਮਲ ਲੈਟਰਸ। ਇਨਫਾਰਮਲ ਲੈਟਰਸ, ਜਿੱਦਾਂ ਸਪੋਜ਼ ਕਰੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਜਿੱਥੋਂ ਦੇ ਵੀ ਤੁਸੀਂ ਰਹਿਣ ਵਾਲੇ ਹੋ, ਤੁਸੀਂ ਉਸ ਬੰਦੇ ਨੂੰ ਜਿੱਦਾਂ ਆਪਣੀ ਐਡਰੈਸ ਲਿਖਿਆ ਕਿ ਹਾਊਸ ਨੰਬਰ 123 ਸੇਰੋਂ ਤਰਨਤਾਰਨ। ਸਿੰਪਲ ਤੁਸੀਂ ਇਸ ਲਈ ਐਗਜ਼ਾਮ ਦੇ ਪਰਸਪੈਕਟਿਵ ਲਈ, ਜਾਂ ਉਹਨਾਂ ਸਟੂਡੈਂਟਸ ਦੀ ਮੈਂ ਗੱਲ ਕਰ ਰਹੀ ਹਾਂ ਜਿਹੜੇ ਥੋੜ੍ਹੇ ਵੀਕ ਨੇ ਸਟੱਡੀ ਦੇ ਵਿੱਚ, ਉਹ ਇੱਕ ਐਡਰੈਸ, ਜੇ ਤਾਂ ਵੈਸੇ ਤੁਹਾਨੂੰ ਆਲਮੋਸਟ ਗਿਵਨ ਹੁੰਦਾ ਹੈ, ਐਡਰੈਸ ਇਜ਼ ਗਿਵਨ ਇਨ ਯੋਰ ਲੈਟਰਸ, ਓਕੇ। ਪਰ ਜਿੱਦਾਂ ਤੁਹਾਨੂੰ ਬਿਨਾਂ ਐਡਰੈਸ ਦੇ ਕੋਈ ਲੈਟਰ ਆ ਜਾਂਦੀ ਹੈ ਪੇਪਰ ਦੇ ਵਿੱਚ, ਜਾਂ ਤੁਹਾਨੂੰ ਪ੍ਰੈਕਟਿਸ ਕਰਨ ਲਈ, ਤਾਂ ਤੁਸੀਂ ਇੱਕ ਐਡਰੈਸ ਯਾਦ ਕਰ ਛੱਡੋ। ਉਹ ਐਡਰੈਸ ਤੁਸੀਂ ਆਪਣੀਆਂ ਲੈਟਰਸ ਦੇ ਵਿੱਚ ਲਿਖ ਸਕਦੇ ਹੋ, ਠੀਕ ਹੈ। ਔਰ ਡੇਟ ਫਾਰਮੈਟ, ਸੀ ਇਨ ਦਿਸ ਲੈਟਰ, ਡੇਟ ਫਾਰਮੈਟ ਦੇਖੋ, ਡੇਟ ਫਾਰਮੈਟ ਸ਼ੁੱਡ ਬੀ ਰਿਟਨ ਇਨ ਲਾਈਕ ਦਿਸ, ਠੀਕ ਹੈ। ਇੱਦਾਂ ਹੀ ਲਿਖਣਾ ਹੈ, 5 ਜੂਨ 20। ਜਿਹੜੀ ਡੇਟ ਹੈ ਉਹ ਲਿਖਣੀ ਹੈ, ਫਿਰ ਮੰਥ ਲਿਖਣਾ ਹੈ, ਫਿਰ ਤੁਸੀਂ ਈਅਰ ਲਿਖਣਾ ਹੈ, ਠੀਕ ਹੈ। ਔਰ ਇਹੀ ਫਾਰਮੈਟ ਹੋਣਾ ਚਾਹੀਦਾ। ਦੇਰ ਇਜ਼ ਏ ਕॉमा ਆਫਟਰ ਡੇ ਐਂਡ ਮੰਥ, ਠੀਕ ਹੈ। ਬਿਫੋਰ ਈਅਰ ਯੂ ਹੈਵ ਟੂ ਰਾਈਟ ਡਾਊਨ ਅ कॉमा, ਪੁੱਟ ਅ कॉमा ਬਿਫੋਰ ਦੈਟ, ਓਕੇ। ਦੈਨ ਦੇਰ ਇਜ਼ ਐਡਰੈਸ। ਓਕੇ, ਜਿਹਨੂੰ ਵੀ ਤੁਸੀਂ ਲਿਖ ਰਹੇ ਹੋ ਲੈਟਰ, ਜਿਵੇਂ ਸਪੋਜ਼ ਕਰੋ ਤੁਸੀਂ ਆਪਣੇ ਅੰਕਲ ਨੂੰ ਲਿਖ ਰਹੇ ਹੋ, ਪਾਪਾ ਨੂੰ ਲਿਖ ਰਹੇ ਹੋ, ਬ੍ਰਦਰ ਨੂੰ ਲਿਖ ਰਹੇ ਹੋ, ਔਰ ਯੂ ਕੈਨ ਸੇ ਡੀਅਰ, ਡੀਅਰੈਸਟ ਅੰਕਲ,
डियर फादर ਜਾਂ ਡੀਅਰ ਬ੍ਰਦਰ, ਡੀਅਰ अमिता, जे ਤੁਹਾਡੀ कोई फ्रेंड है ਜਾਂ फ्रेंड है ना, यू हैव टू राइट डियर। आप ऐसे ही शुरू करते हो। तो मेन ਇਹਦਾ ਪਹਿਲਾਂ ਐਡਰੈਸ ਲਿਖ ਦਿਓ, ਫਿਰ ਡੇਟ ਲਿਖ ਦਿਓ, ਦੈਨ ਤੁਸੀਂ ਉਹਨੂੰ ਐਡਰੈਸ ਕਰ ਦਿਓ ਕਿ ਡੀਅਰ। ਬਾਅਦ 'ਚ ਤੁਹਾਡਾ ਮੇਨ ਇੰਪੋਰਟੈਂਟ ਪਾਰਟ ਆਉਂਦਾ ਹੈ ਲੈਟਰ ਦਾ, ਦੈਟ ਇਜ਼ ਬੋਡੀ ਪਾਰਟ, ਜਿਹਦੇ ਵਿੱਚ ਤੁਸੀਂ ਆਪਣੀ ਜੋ ਵੀ ਜਿਸ ਵੀ ਚੀਜ਼ ਲਈ ਚਿੱਠੀ ਲਿਖੀ ਹੈ, ਲੈਟਰ ਲਿਖੀ ਹੈ, ਜਿਵੇਂ ਤੁਸੀਂ ਲਿਖਿਆ ਹੈ ਕਿ ਤੁਸੀਂ ਉਹਦਾ ਹਾਲ ਚਾਲ ਪੁੱਛਣਾ ਹੈ, ਕਿਉਂਕਿ ਉਹ ਤੁਸੀਂ ਉਹਨਾਂ ਨੂੰ ਦੱਸਣਾ ਹੈ ਕਿ ਸਾਡੇ ਸਕੂਲ ਦਾ ਕਿਵੇਂ ਚੱਲ ਰਿਹਾ, ਜਾਂ ਵਕੇਸ਼ਨਸ ਹੋ ਗਈਆਂ ਨੇ, ਜਿਵੇਂ ਲੈਟਰ ਹੈ ਕਿ ਵਕੇਸ਼ਨ ਹੋ ਗਈਆਂ ਨੇ ਅਤੇ ਅਸੀਂ ਮਤਲਬ ਫਰੀ ਹਾਂ, ਅਤੇ ਤੁਸੀਂ ਸਾਡੇ ਕੋਲ ਵਕੇਸ਼ਨ ਸਮਰ ਵਕੇਸ਼ਨ 'ਚ ਸਾਨੂੰ ਵਿਜ਼ਿਟ ਕਰਿਓ। ਠੀਕ ਹੈ, ਤੁਸੀਂ ਉਹਨਾਂ ਨੂੰ ਦੱਸੋਗੇ ਕਿ ਹਾਂ ਜੀ ਹੁਣ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਸਾਡੇ ਵਕੇਸ਼ਨਸ ਨੇ, ਔਰ ਇਹ ਪਲੇਸ ਜਿਹੜੀ ਹੈ ਇਹਨਾਂ ਚੀਜ਼ਾਂ ਲਈ ਮਸ਼ਹੂਰ ਹੈ, ਇਸ ਲਈ ਤੁਸੀਂ ਇੱਥੇ ਆ ਜਾਓ। ਠੀਕ ਹੈ, ਐਂਡ ਲਾਸਟ ਤੇ ਕੀ ਹੁੰਦਾ, ਸਬਸਕ੍ਰਿਪਸ਼ਨ ਦੇ ਵਿੱਚ ਕੀ ਲਿਖਣਾ ਹੁੰਦਾ ਕਿ ਤੁਹਾਡੀ ਸਿੰਸੀਅਰਲੀ ਤੁਹਾਡੀ ਫਰੈਂਡ, ਤੁਹਾਡੀ ਡਾਟਰ, ਯੂ ਹੈਵ ਟੂ ਰਾਈਟ ਦੀਜ਼ ਵਰਡਸ while you are writing informal letters। okay, informal letters clear है। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿਖਾਉਣੀ ਹੈ ਇਸ ਲੈਟਰ ਦੀ, ਜਿਹਨੂੰ ਦੇਖ ਕੇ ਤੁਹਾਨੂੰ ਇਹ ਹੋਰ ਚੰਗੀ ਤਰ੍ਹਾਂ ਸਮਝ ਆ ਜਾਏ। ਹਾਂਜੀ ਬੱਚੇ, ਆ ਤੁਹਾਨੂੰ ਐਗਜ਼ਾਮਪਲ ਦਿਖ ਰਹੀ ਹੈ, ਇਹ ਤੁਹਾਡੀ ਐਗਜ਼ਾਮਪਲ ਹੈਗੀ ਹੈ ਇਨਫੋਰਮਲ ਲੈਟਰ ਦੀ। ਦਿਸ ਇਜ਼ ਐਗਜ਼ਾਮਪਲ ਆਫ ਇਨਫੋਰਮਲ ਲੈਟਰ। ਓਕੇ, ਜਿਵੇਂ ਕਿ ਤੁਹਾਨੂੰ ਮੈਂ ਸਮਝਾਇਆ ਹੀ ਹੈ, ਇਸ ਦੇ ਵਿੱਚ ਪਹਿਲਾਂ ਕੀ ਹੈ, ਐਡਰੈਸ ਹੈ। ਇਹ ਲੈਟਰ ਤੁਸੀਂ ਕਿਹਨੂੰ ਲਿਖ ਰਹੇ ਹੋ, ਲੈਟਰ ਟੂ ਬ੍ਰਦਰ ਔਨ ਹਿਜ਼ ਬੈਡ ਪਰਫੋਰਮੈਂਸ, ਯਾਨੀ ਕਿ ਤੁਸੀਂ ਆਪਣੇ ਭਰਾ ਨੂੰ ਉਹਦੀ ਜਿਹੜੀ ਪਰਫੋਰਮੈਂਸ ਸੀ ਐਗਜ਼ਾਮਸ ਦੇ ਵਿੱਚ ਬਹੁਤ ਹੀ ਵਧੀਆ ਨਹੀਂ ਹੋਈ, ਤਾਂ ਤੁਸੀਂ ਉਹਨੂੰ ਕੀ ਲਿਖ ਰਹੇ ਹੋ, ਲੈਟਰ। ਫਸਟ ਦੇਰ ਇਜ਼ ਐਡਰੈਸ, ਦੈਨ ਦੇਰ ਇਜ਼ ਏ ਡੇਟ ਲਿਖੀ ਹੋਈ ਹੈ, ਦੈਨ ਦੇਰ ਇਜ਼ ਅ ਐਡਰੈਸ ਕਿ ਤੁਸੀਂ ਉਹਨੂੰ ਕਿਵੇਂ, ਡੀਅਰ ਪੱਪੂ। ਇਹਦੀ ਜਗ੍ਹਾ 'ਤੇ ਤੁਸੀਂ ਡੀਅਰ ਬ੍ਰਦਰ ਵੀ ਲਿਖ ਸਕਦੇ ਹੋ। ਠੀਕ ਹੈ, ਡੀਅਰ ਵੀ ਰਹਿਣ ਦੇ ਸਕਦੇ ਹੋ, ਡੀਅਰ ਬ੍ਰਦਰ। ਠੀਕ ਹੈ, और फिर मेन की है बॉडी पार्ट, दिस इज़ ए बॉडी पार्ट, ये क्या है, बॉडी है उस लैटर दी। ठीक है, और देखो इस दे विच की है, लैटर दे विच भी तुहानूं सारियां चीज़ां दे अलग अलग मार्क्स ने। ठीक है, स्पैसीफिक मार्क्स ने, मार्किंग अलग वक्री वक्री होंदी है। जिवें तुहानूं बॉडी पार्ट नहीं आउंदा, यू हैव टू राइट एड्रैस, डेट, जिवें तुसीं एड्रैस करना है उस परसन नूं, और लास्ट दे विच सबसक्रिप्शन, एंड यू विल स्कोर नियर अबाउट 3 to 4 मार्क्स। ओके, लास्ट दे विच देखो सिंसीयरली योर्स अलोक, इत्थे तुसीं जिन्हें चिट्ठी लिखी है ਉਹਦਾ नाम हुंदा है, और इत्थे ਉਹਦਾ नाम हुंदा है जिन्हों तुसीं चिट्ठी लिख रहे हो, जिन्हों तुसीं एड्रैस कर रहे हो। दिस इज एग्जाम्पल ऑफ इनफॉर्मल लैटर। देखो ये फर्स्ट लाइन देखो, ये कोई इदा नहीं है, सर आई इट इज़ माई हंबल रिक्वेस्ट, इदा नहीं है। आई हैड रैंग अप फादर दिस मॉर्निंग टू नो, यानी कि उन्हें बहुत फॉर्मल तरीके नाल लिखा है, इनफॉर्मल तरीके नाल लिखा है कि अज मैं फादर नूं कॉल की सी इस मॉर्निंग, तो मैनूं पता लग गया। ठीक है, इदा उन्हें अपनी चिट्ठी स्टार्ट की है, लैटर अपनी स्टार्ट की है, एंड यू कैन जस्ट प्रैक्टिस दिस लैटर्स लाइक दिस। ओके, तुहानूं रूल्स लैटर राइटिंग दे विच रूल्स दे मार्क्स ने, इफ़ यू फॉलो दीज रूल्स यू विल स्कोर गुड मार्क्स। ओके, और देखो एक और चीज़ नोट करो, कॉमाज नहीं यूज़ किए हुए, ना ही एड्रैस दे विच कॉमाज यूज़ किए ने, ना ही जो तुसीं उहनूं एड्रैस करना है डियर पप्पू, देखो सी जो तुसीं कहना है डियर पप्पू, उस तो बाद भी कॉमास नहीं यूज़ किए हैगे। एंड लास्ट दे विच सिंसीयरली योर्स, देर आर नो कॉमास। ठीक है, और इन्हां चीज़ों कन्फ्यूज़ नहीं होना। एड्रैस किस साइड लिखा है, लैफ्ट हैंड साइड, ये भी याद रखना है, सब कुछ लैफ्ट हैंड साइड लिखा हुआ है, एड्रैस भी, और लास्ट दे विच जिहड़ा सबसक्रिप्शन है वो भी किहड़ी साइड है, लैफ्ट हैंड साइड। सो प्लीज़ रिमेंबर दीज थिंग्स वाइल यू आर राइटिंग दीज लैटर्स। नैक्सट सैकेंड जिहड़ी अपनी काइंड सी लैटर्स दी, दैट इज़ फॉर्मल। हाँ जी बच्चे, सैकेंड जिहड़ी अपनी हैगी टाइप, दैट इज़ फॉर्मल लैटर है। और ये की है, फॉर्मल लैटर जिवें कि तुहानूं पहलां भी दस्सिया है कि फॉर्मल लैटर थोड़ी रिजिड है, मतलब थोड़ी स्ट्रिक्ट है, ये रूल जिहड़े ने वो थोड़े तुहानूं एक्चुअल च उवें फॉलो करने पैने ने। स्ट्रिक्ट इन द सेंस भी यू कांट यूज़ लूज लैंग्वेज, और यू कांट यूज़ एनी वर्ड्स, यू हैव टू बी अवेयर वट आर यू राइटिंग इन योर लैटर। ओके, यू जस्ट थिंक बिफोर राइट। इस दे विच फॉर्मल लैटर दे विच सब तो मेन गल है कि यू हैव टू राइट 2 एड्रैस। ठीक है, 2 एड्रैस होंदे ने, सैंडर्स एड्रैस जिहड़ा चिट्ठी लिख रहा है, जिन्हें ये लैटर लिखी है उहदा एड्रैस हुंदा है पहले नंबर ते, बाद विच सैकेंड एड्रैस हुंदा है उस बंदे दा जिन्हों तुसी लैटर लिखनी है। ठीक है, ये सैंडर्स एड्रैस है जिहड़ा चिट्ठी लिख रहा है, जिवें तुसी लिख रहे हो इट्स योर एड्रैस फस्ट, एंड ये लैफ्ट साइड पर होंदा है। ये भी उही रूल्स ने कि लैफ्ट साइड पर एवरीथिंग शुड बी रिटन इन लैफ्ट हैंड साइड। एंड परसन कंपनी एड्रैस जिहड़ा तुसी किसी भी कंपनी नूं लैटर लिख रहे हो, किसी परसन नूं, किसी डिपार्टमेंट नूं, उहदा एड्रैस है सैकेंड नंबर ते। 2 एड्रैस हुंदे ने फॉर्मल लैटर दे विच, यू हैव टू राइट 2 एड्रैस
ओके फॉर्मेट डेट द सेम ही है, यू हैव टू राइट दिस डेट इन दिस फॉर्मेट। जिहड़ी डेट तुसी एवें लिखोगे 5 6 20 दिस इज़ नॉट राइट, दिस इज़ रॉन्ग। ये इदा जी डेट लिखोगे ये तुहाडी सही नहीं है, गलत है, इहदा एक नंबर कटिया जाएगा, ठीक है, इदा नहीं लिखनी। ओके स्टूडेंट्स, नेक्स्ट देयर इज़ सैल्यूएशन। इट मीनस कि तुसी किवें एड्रैस कर रहे हो परसन नूं जिन्हों तुसी लैटर लिख रहे हो। जिवें कि तुहानूं पहले दस्सिया कि इट इज़ नॉट इनफॉर्मल लैटर, इट इज़ फॉर्मल लैटर। तुसी इत्थे जिहड़ा नैक्सट परसन है, वेरी नैक्सट परसन, यू हैव टू कॉल हिम सर, हर मैम, उन्होंने तुसी सर मैडम कह के बुलाओगे। फुल नेम जो तुसी जानते हो उस परसन नूं, जिवें मिस्टर हमीद, मिस्टर हामिद, ठीक है, इवें जो तुहानूं उन्हां दा नाम पता है तो तुसी उन्होंने एवें तुसी उन्होंने बुला सकते हो, इस लैटर दे विच एड्रैस कर सकते हो। इस तो बाद दो एड्रैस लिखण तो बाद, डेट लिखण तो बाद, उन्होंने मतलब एड्रैस करन तो बाद देयर इज़ ए बॉडी पार्ट। बॉडी पार्ट दे विच तुसी एक्चुअल मैसेज दस दिओ जिहड़ा कि बहुत ही ब्रीफ ते क्लीयर है। शॉर्ट फॉर्म्स आर नॉट यूज्ड, जिवें तुसी लिखिया इज़ंट, तुसी एवें इहो ਜਿਹੇ वर्ड्स ਇਹਦੇ ਵਿੱਚ नहीं यूज़ कर सकते, ठीक है। और लास्ट ਦੇ ਵਿੱਚ ਇਹਦੇ ਵਿੱਚ ਵੀ ਕੀ ਹੈ, ਸਬਸਕ੍ਰਿਪਸ਼ਨ, ਯੂ ਕੈਨ ਰਾਈਟ ਯੂਅਰਸ ਫੇਥਫੁਲੀ। ਤੁਸੀਂ ਇਹਦੇ ਲਈ ਵੀ ਇੱਕ ਹੀ ਯਾਦ ਕਰ ਸਕਦੇ ਹੋ, ਤੁਸੀਂ ਸਾਰੀਆਂ ਲੈਟਰਸ ਦੇ ਵਿੱਚ ਆਲਮੋਸਟ ਯੂਅਰਸ ਫੇਥਫੁਲੀ ਯੂਜ਼ ਕਰ ਸਕਦੇ ਹੋ। ਔਰ that is the best way, you just learn the spellings of this word faithfully, okay, for it is for your exam purpose so that you can score good marks in your exams। student ਇਹਦੀ ਵੀ ਇੱਕ ਐਗਜ਼ਾਮਪਲ ਆਪਾਂ ਕਰਦੇ ਹਾਂ। हाँ जी राजे, ਇਹਦੀ एग्जाम्पल हैगी जिवें कि इत्थे लैटर हैगी, रीड द लैटर गिवन बिलो एंड टेक नोट ऑफ द लेआउट। जिवें कि एक गारबेज है, गारबेज दे रिमूवल दे मतलब संबंध दे विच लैटर लिखी गई है। गारबेज की हुंदा है, इट इज़ लिटर, लिटर भी कह सकते हो, कूड़ा भी कह सकते हो, कूड़ा करकट, उन्होंने आपां गारबेज वर्ड दिता है, ठीक है। तो उहदे रिगार्डिंग लैटर लिखी गई है। इस दे विच सब तो पहलां देखो किहदा एड्रैस है, सब तो पहलां एड्रैस है जिन्हें ये लैटर लिखी है, दिस इज़ हिज और हर एड्रैस। हिज जैसे लास्ट सानूं पता लग गया कि वो हिज है, हरनाम सिंह, ये उसका एड्रैस है उस परसन का, ठीक है। सैकेंड किसका एड्रैस है, जिन्होंने उन्होंने चिट्ठी लिखी है, मैडिकल ऑफिसर ऑफ हैल्थ डिपार्टमेंट चंडीगढ़, ठीक है। इस डिपार्टमेंट में उन्होंने चिट्ठी लिखी है और लास्ट दे विच उहदा इस तो बाद डेट आती है। और देखो इस दे विच तुहानूं इस एक चीज़ होर ध्यान रखनी पैनी है कि एड्रैस लिखण तो बाद पहले परसन का यू हैव टू लीव अ वन सिंगल लाइन, उस तो बाद तुसीं एक लाइन छड्डनी हुंदी है। फिर सैकेंड एड्रैस लिखा है, यू हैव टू लीव अ लाइन। फिर डेट लिखा है, दैन यू आल्सो हैव टू लीव अ लाइन। डियर सर, ठीक है, डियर सर। सब्जेक्ट भी लिखना हुंदा है, तुसीं सब्जेक्ट लिखो, रिमूवल ऑफ गारबेज। दैन योर बॉडी पार्ट, दिस इज़ योर बॉडी पार्ट। और देखो ये भी नोट करो, ईच एंड एवरीथिंग इज़ रिटन ऑन लैफ्ट हैंड साइड, सब कुछ किहड़े हाथ लिखा, लैफ्ट हैंड साइड। सो ये तुहानूं याद रहे कि लैफ्ट हैंड साइड लिखना है, किसी भी स्टूडेंट ने राइट हैंड साइड एड्रैस नहीं लिखना, और कोई भी कॉमा वगैरह यूज़ नहीं किया गया इस लैटर दे विच, तुसीं देख सकते हो, ठीक है। लास्ट दे विच की है, योर्स फेथफुली एच सिंह, और लास्ट दे विच तुसीं अपने फुल सिग्नेचर करने होंदे ने, साइन करने होंदे ने। और ये तुहाडा फॉर्मेट हैगा फॉर्मल लैटर का, दिस इज़ फॉर्मल लैटर, ओके। आई होप कि इस मैसेज के थ्रू, वीडियो मैसेज के थ्रू, वीडियो एंड ऑडियो मैसेज के थ्रू तुहानूं ये समझ लग गई होएगी कि लैटर्स दो तरह दी होंदियां ने, इनफॉर्मल एंड फॉर्मल। आई होप यू अंडरस्टैंड। एक बार फिर आप रिवाइज करते हैं टॉपिक नूं। आई होप कि तुहानूं एक कंसैप्ट क्लीयर हो गया है लैटर्स का कि इनफॉर्मल एंड फॉर्मल। लैटर आर ऑफ टू टाइप्स, फॉर्मल एंड इनफॉर्मल, ओके। और ये जोड़े रूल्स ने, मेन रूल्स तो फिर एक बार रिवाइज करा देने कि लैफ्ट हैंड साइड पर यू हैव टू राइट एड्रैस, सैल्यूटेशन, सब्सक्रिप्शन, यू हैव टू राइट ऑल दिस थिंग्स ऑन योर लैफ्ट हैंड साइड। कॉमाज नहीं यूज़ करने, और तुसी जी डेट का फॉर्मेट भी जो दसिया उवें ही लिखनी है, ठीक है। ओनली दैन यू कैन गेट फुल मार्क्स इन योर लैटर राइटिंग। आई होप कि ये जी वीडियो ऑडियो है तुहानूं हेल्प करेगी। थैंक यू स्टूडेंट्स।